हाँ जी स्टूडेंट्स, ਅੱਜ ਨੈਕਸਟ ਜੋ ਆਪਾਂ ਟੌਪਿਕ ਡਿਸਕਸ ਕਰਾਂਗੇ ਉਹ ਹੈ ਸਾਡੇ ਕੋਲ ਬੋਹਰਜ਼ ਮਾਡਲ ਆਫ ਐਟਮ। ਬੋਹਰ ਦਾ ਜੋ ਐਟੋਮਿਕ ਮਾਡਲ ਹੈ ਇਹਨੂੰ ਬਣਾਉਣ ਦੇ ਲਈ ਦੋ ਡਿਵੈਲਪਮੈਂਟਸ ਜਿਹੜੀਆਂ ਨੇ ਉਹ ਤੁਸੀਂ ਡਿਸਕਸ ਕੀਤੀਆਂ, ਜਿਹਦੇ ਵਿੱਚ ਫਸਟ ਤੁਸੀਂ ਪੜ੍ਹਿਆ ਸੀ ਡਿਊਲ ਨੇਚਰ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ, ਕਿ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਨੇ ਇਹਨਾਂ ਦਾ ਡਿਊਲ ਨੇਚਰ ਹੁੰਦਾ। ਡਬਲ ਨੇਚਰ ਮੀਨਸ ਕਿ ਪਾਰਟੀਕਲ ਨੇਚਰ ਵੀ ਹੈ ਤੇ ਵੇਵ ਨੇਚਰ ਵੀ ਹੈ। ਵੇਵ ਨੇਚਰ ਤਾਂ ਰੇਡੀਏਸ਼ਨਸ ਦਾ ਹੁੰਦਾ ਹੀ ਹੈ, ਕਿਉਂਕਿ ਜਿਹੜੀਆਂ ਰੇਡੀਏਸ਼ਨਸ ਨੇ ਉਹਨਾਂ ਦੀ ਵੇਵ ਲੈਂਥ ਜੋ ਹੈ ਕੈਲਕੂਲੇਟ ਕੀਤੀ ਜਾਂਦੀ ਹੈ, ਫਰੀਕੁਐਂਸੀ ਜਾਂ ਵੇਵ ਨੰਬਰ ਜਾਂ ਵੈਲੋਸਿਟੀ ਵਗੈਰਾ ਉਹ ਤੁਸੀਂ ਪੜ੍ਹਿਆ ਸਾਰਾ ਟੌਪਿਕ। ਤੇ ਇਹਨਾਂ ਦਾ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦਾ ਜੋ ਪਾਰਟੀਕਲ ਨੇਚਰ ਹੈ ਉਹ ਵੀ ਤੁਸੀਂ ਡਿਸਕਸ ਕੀਤਾ ਸੀ। ਜੋ ਇੱਕ ਤੁਸੀਂ ਇੱਥੇ ਟੌਪਿਕ ਕੀਤਾ ਸੀ ਡਿਸਕਸ ਫੋਟੋ ਇਲੈਕਟ੍ਰਿਕ ਇਫੈਕਟ ਦਾ, ਉਹਦੇ 'ਚ ਤੁਸੀਂ ਪਾਰਟੀਕਲ ਨੇਚਰ ਵੀ ਡਿਸਕਸ ਕੀਤਾ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦਾ। ਉਹ ਫਸਟ ਡਿਵੈਲਪਮੈਂਟ ਸੀ। ਤੇ ਸੈਕੰਡ ਡਿਵੈਲਪਮੈਂਟ ਤੁਸੀਂ ਡਿਸਕਸ ਕੀਤੀ ਹੈ ਬੋਹਰ ਦੇ ਐਟੋਮਿਕ ਮਾਡਲ ਦੇ ਲਈ, ਉਹ ਸੀ ਐਟੋਮਿਕ ਸਪੈਕਟਰਮ। ਐਟੋਮਿਕ ਸਪੈਕਟਰਮ ਦੇ ਵਿੱਚ ਤੁਸੀਂ ਦੋ ਤਰ੍ਹਾਂ ਦੇ ਸਪੈਕਟਰਮ ਡਿਸਕਸ ਕੀਤੇ ਆ, ਇੱਕ ਐਮਿਸ਼ਨ ਸਪੈਕਟਰਮ ਤੇ ਇੱਕ ਅਬਜ਼ੌਰਪਸ਼ਨ ਸਪੈਕਟਰਮ, ਜਿਹਦੇ 'ਚ ਇਹ ਚੀਜ਼ ਡਿਸਕਸ ਕੀਤੀ ਗਈ ਕਿ ਜਿਹੜੇ ਡਿਫਰੈਂਟ ਐਟਮਸ ਨੇ ਉਹ ਡਿਫਰੈਂਟ ਜਿਹੜੀਆਂ ਲਾਈਨਸ ਨੇ ਉਹ ਬਣਾਉਂਦੇ ਨੇ। ਐਮਿਸ਼ਨ ਸਪੈਕਟਰਮ ਦੇ ਵਿੱਚ ਇਹ ਹੁੰਦਾ ਹੈ ਕਿ ਕਲਰਡ ਲਾਈਨਸ ਬਣਦੀਆਂ ਤੇ ਅਬਜ਼ੌਰਪਸ਼ਨ ਸਪੈਕਟਰਮ ਦੇ ਵਿੱਚ ਡਾਰਕ ਲਾਈਨਸ ਬਣਦੀਆਂ, ਬਟ ਵੇਵ ਲੈਂਥ ਉਹਨਾਂ ਦੀ ਸੇਮ ਹੁੰਦੀ ਹੈ। ਸੋ ਉਹਨਾਂ ਤੋਂ ਫਿਰ ਅੱਗੇ ਬੋਹਰ ਨੇ ਫਿਰ ਜੋ ਨਤੀਜਾ ਕੱਢਿਆ ਕਿ ਉਹਨੇ ਜੋ ਰਦਰਫੋਰਡ ਦੇ ਐਟੋਮਿਕ ਮਾਡਲ ਦੇ ਵਿੱਚ ਕਮੀਆਂ ਰਹਿ ਗਈਆਂ ਸੀ ਉਹਨੂੰ ਵੀ ਦੂਰ ਕੀਤਾ, ਤੇ ਨਾਲ ਦੀ ਨਾਲ ਫਿਰ ਉਹਨੇ ਆਪਣਾ ਜੋ ਨਵਾਂ ਐਟੋਮਿਕ ਮਾਡਲ ਹੈ ਉਹ ਇੱਥੇ ਐਕਸਪਲੇਨ ਕੀਤਾ, ਤੇ ਉਹ ਹੁਣ ਆਪਾਂ ਇੱਥੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਫਿਰ ਲਿਖਿਆ ਹੋਇਆ ਦ ਬੇਸਿਕ ਪੋਸਟੂਲੇਟਸ ਆਫ ਦਿਸ ਮਾਡਲ ਆਰ। ਸਭ ਤੋਂ ਪਹਿਲਾ ਹੀ ਮਾਡਲ ਜੋ ਤੁਸੀਂ ਰਦਰਫੋਰਡ ਦੇ ਐਟੋਮਿਕ ਮਾਡਲ 'ਚ ਇੱਕ ਡਰਾਬੈਕ ਉਹਦਾ ਪੜ੍ਹਿਆ ਸੀ ਕਿ ਰਦਰਫੋਰਡ ਨੇ ਜਿਹੜਾ ਐਟੋਮਿਕ ਮਾਡਲ ਦਿੱਤਾ ਸੀ ਉਹਦੇ 'ਚ ਐਟਮ ਦੀ ਸਟੇਬਿਲਿਟੀ ਦੇ ਬਾਰੇ ਰਦਰਫੋਰਡ ਨਹੀਂ ਦੱਸ ਪਾਇਆ। ਮੈਂ ਇੱਥੇ ਵੀ ਛੋਟੀ ਜਿਹੀ ਡਾਇਗਰਾਮ ਬਣਾ ਕੇ ਦੱਸ ਦੇਣਾ। ਉਹਨੇ ਦੱਸਿਆ ਸੀ ਕਿ ਜੋ ਐਟਮ ਹੈ ਉਹਦੇ ਸੈਂਟਰ ਦੇ ਵਿੱਚ ਨਿਊਕਲੀਅਸ ਹੈ ਤੇ ਉਹਦੇ ਸਰਾਊਂਡਡ ਇਲੈਕਟ੍ਰੋਨਸ ਇਸ ਤਰ੍ਹਾਂ ਰਿਵੋਲਵ ਕਰਦੇ ਆ ਜਿਵੇਂ ਸੂਰਜ ਦੇ ਦੁਆਲੇ ਪਲੈਨਟਸ ਰਿਵੋਲਵ ਕਰਦੇ ਆ। ਤੇ ਤੁਹਾਨੂੰ ਦੱਸਿਆ ਸੀ ਕਿ ਕੋਈ ਵੀ ਚਾਰਜਡ ਪਾਰਟੀਕਲ ਜਦੋਂ ਇਸ ਤਰ੍ਹਾਂ ਰਿਵੋਲਵ ਕਰਦਾ ਹੈ ਤਾਂ ਹੌਲੀ ਹੌਲੀ ਉਹਦੀ એનર્ਜੀ ਜੋ ਹੈ ਉਹ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਫਿਰ ਜੇ ਇਲੈਕਟ੍ਰੋਨ ਮੰਨ ਲਓ ਇਸ ਤਰ੍ਹਾਂ ਇਸ ਪਾਥ ਦੇ ਵਿੱਚ ਇੱਥੇ ਘੁੰਮ ਰਿਹਾ ਤਾਂ ਹੌਲੀ ਹੌਲੀ ਫਿਰ ਉਹਦੀ એનર્ਜੀ ਜੋ ਹੈ ਉਹ ਲੂਜ਼ ਹੁੰਦੀ ਜਾਏਗੀ ਤੇ ਹੌਲੀ ਫਿਰ ਉਹ ਇਸ ਤਰ੍ਹਾਂ ਨਿਊਕਲੀਅਸ ਦੇ ਵਿੱਚ ਆ ਕੇ ਖਤਮ ਹੋ ਜਾਵੇਗਾ। ਇਲੈਕਟ੍ਰੋਨ ਤੇ ਪ੍ਰੋਟੋਨ ਇੱਕ ਥਾਂ 'ਤੇ ਇਕੱਠੇ ਹੋ ਗਏ ਤਾਂ ਐਟਮ ਕੋਲੈਪਸ ਹੋ ਜਾਂਦਾ, ਐਟਮ ਖਤਮ ਹੋ ਜਾਂਦਾ। ਸੋ ਇੱਥੋਂ ਫਿਰ ਇਹ ਜੋ ਹੈ ਰਦਰਫੋਰਡ ਦਾ ਐਟੋਮਿਕ ਮਾਡਲ ਇਹ ਫੇਲ ਹੋ ਗਿਆ ਸੀ, ਤੇ ਉਸੇ ਕਮੀ ਨੂੰ ਦੂਰ ਕਰਨ ਦੇ ਲਈ ਆ ਜੋ ਹੈ ਬੋਹਰ ਨੇ ਆਪਣਾ ਐਟੋਮਿਕ ਮਾਡਲ ਦਿੱਤਾ। ਇਹਦੇ ਬਾਰੇ ਦੱਸ ਦੇਣਾ ਤੁਹਾਨੂੰ ਕਿ ਉਹਨੇ ਵੀ ਇਹੀ ਦੱਸਿਆ ਸੀ ਕਿ ਜੋ ਐਟਮ ਹੈ ਉਹਦੇ ਸੈਂਟਰ ਦੇ ਵਿੱਚ ਨਿਊਕਲੀਅਸ ਜਿੱਥੇ ਪੋਜ਼ਿਟਿਵ ਚਾਰਜ ਹੁੰਦਾ, ਬਟ ਇਹਨੇ ਇਹ ਚੀਜ਼ ਦੱਸੀ ਕਿ ਐਟਮ ਜੋ ਹੈ ਉਹਦੇ ਸਰਾਊਂਡਡ ਇਸ ਤਰ੍ਹਾਂ ਦੇ ਡਿਫਰੈਂਟ એનર્ਜੀ ਸ਼ੈਲਸ ਹੁੰਦੇ ਆ ਜਾਂ એનર્ਜੀ ਲੈਵਲਸ ਹੁੰਦੇ ਆ, ਜਿਨ੍ਹਾਂ ਦੇ ਵਿੱਚ ਪਰਟੀਕੂਲਰ એનર્ਜੀ ਦੇ ਜਿਹੜੇ ਇਲੈਕਟ੍ਰੋਨਸ ਨੇ ਉਹ ਰਿਵੋਲਵ ਕਰਦੇ ਆ। ਮੀਨਸ ਫਿਕਸਡ એનર્ਜੀ ਆਰਬਿਟਸ ਦੇ ਬਾਰੇ ਦੱਸਿਆ ਉਹਨੇ। ਇਹ ਨਹੀਂ ਕਿ ਜੋ ਹੈ ਉਹ ਇਲੈਕਟ੍ਰੋਨ ਰਿਵੋਲਵ ਕਰਦਾ ਇੱਥੇ ਆ ਗਿਆ, ਨਹੀਂ, ਫਿਕਸਡ એનર્ਜੀ ਦਾ ਆਰਬਿਟ ਹੈ ਤੇ ਇਸ એનર્ਜੀ ਦੇ ਆਰਬਿਟ ਦੇ ਵਿੱਚ ਹੀ ਕਹਿੰਦਾ ਇਲੈਕਟ੍ਰੋਨ ਰਿਵੋਲਵ ਕਰੇਗਾ। ਲੋਅਰ એનર્ਜੀ ਵਾਲਾ ਇਲੈਕਟ੍ਰੋਨ ਇਸ ਲੋਅਰ એનર્ਜੀ ਆਰਬਿਟ ਦੇ ਵਿੱਚ, ਹਾਇਰ એનર્ਜੀ ਵਾਲਾ ਉਸ ਤੋਂ ਅਗਲੇ 'ਚ, ਉਸ ਤੋਂ ਹਾਇਰ એનર્ਜੀ ਵਾਲਾ ਉਸ ਤੋਂ ਅਗਲੇ 'ਚ, ਉਸ ਤੋਂ ਹਾਇਰ એનર્ਜੀ ਵਾਲਾ ਉਸ ਤੋਂ ਅਗਲੇ 'ਚ। ਤੇ ਇਹ ਜੋ ਕਨਸੈਪਟ ਹੈ ਇਹਨੇ ਐਟੋਮਿਕ ਸਪੈਕਟਰਮ 'ਤੇ ਬੇਸਡ ਦਿੱਤਾ ਸੀ। ਐਟੋਮਿਕ ਸਪੈਕਟਰਮ ਵੀ ਤੁਹਾਨੂੰ ਦੱਸ ਦਿੰਦਾ ਕਿ ਐਟਮਸ ਕਲਰ ਕਿਵੇਂ ਸ਼ੋ ਕਰਦੇ ਆ ਕਿ ਮੰਨ ਲਓ ਕੋਈ ਇਲੈਕਟ੍ਰੋਨ ਇਸ ਲੋਅਰ એનર્ਜੀ ਲੈਵਲ 'ਚ ਹੈ, ਇਲੈਕਟ੍ਰੋਨ ਨੇ ਲਾਈਟ ਤੋਂ એનર્ਜੀ ਗੇਨ ਕੀਤੀ ਤੇ એનર્ਜੀ ਗੇਨ ਕਰਕੇ ਇਲੈਕਟ੍ਰੋਨ ਹਾਇਰ એનર્ਜੀ ਲੈਵਲ 'ਚ ਚਲੇ ਜਾਂਦਾ। ਐਕਸਾਈਟਡ ਸਟੇਟ ਹੋ ਗਈ ਇਹਦੇ ਲਈ। ਇਹ ਮੰਨ ਲਓ ਕੋਈ ਹਾਈਡਰੋਜਨ ਦੀ ਗੱਲ ਕਰਦੇ ਹਾਂ ਆਪਾਂ, ਹਾਈਡਰੋਜਨ ਦੇ ਲਈ ਜੋ ਪਹਿਲਾ ਸ਼ੈੱਲ ਹੈ ਉਹ ਉਹਦੀ ਗਰਾਊਂਡ ਸਟੇਟ ਹੈ ਜਿੱਥੇ ਨਾਰਮਲ ਦੇ ਵਿੱਚ ਰਹਿ ਸਕਦਾ ਉਹ। ਇੱਕ ਇਲੈਕਟ੍ਰੋਨ ਹਾਈਡਰੋਜਨ ਦੇ ਕੋਲ ਤੇ ਇੱਕ ਇਲੈਕਟ੍ਰੋਨ ਇੱਥੇ ਆਉਂਦਾ। ਸੋ ਹਾਈਡਰੋਜਨ ਨੇ એનર્ਜੀ ਗੇਨ ਕੀਤੀ, ਐਕਸਾਈਟ ਹੋ ਕੇ ਉਹਦਾ ਇਲੈਕਟ੍ਰੋਨ ਹਾਇਰ એનર્ਜੀ ਸਟੇਟਸ ਚਲੇ ਗਿਆ। ਇਹਨੂੰ ਐਕਸਾਈਟਡ ਸਟੇਟ ਕਹਾਂਗੇ ਹਾਈਡਰੋਜਨ ਦੇ ਲਈ। ਐਕਸਾਈਟਡ ਸਟੇਟ ਜੋ ਹੈ ਉਹ ਅਨਸਟੇਬਲ ਹੁੰਦੀ ਹੈ। ਨਾਰਮਲ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਅਸੀਂ ਵੀ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਾਂ ਤਾਂ ਉਹ ਸਾਡੀ ਐਕਸਾਈਟਡ ਸਟੇਟ ਹੈ, ਜਾਂ ਬਹੁਤ ਜ਼ਿਆਦਾ ਗਮ 'ਚ ਹੋ ਜਾਂਦੇ ਹਾਂ ਉਹ ਵੀ ਸਾਡੀ ਐਕਸਾਈਟਡ ਸਟੇਟ ਹੈ। ਬਟ ਉੱਥੇ ਆਪਾਂ ਬਹੁਤੀ ਜ਼ਿਆਦਾ ਦੇਰ ਨਹੀਂ ਰਹਿੰਦੇ, ਐਕਸਾਈਟਡ ਸਟੇਟ ਤੋਂ ਮੁੜ ਕੇ ਆਪਾਂ ਨਾਰਮਲ ਸਟੇਟ ਦੇ ਵਿੱਚ ਹੀ ਆ ਜਾਂਦੇ ਹਾਂ ਕੁਝ ਸਮੇਂ ਬਾਅਦ। ਸੋ ਇਸੇ ਤਰ੍ਹਾਂ ਇਲੈਕਟ੍ਰੋਨ ਵੀ ਆਪਣੀ ਐਕਸਾਈਟਡ ਸਟੇਟ ਤੋਂ ਮੁੜ ਕੇ ਫਿਰ ਆਪਣੀ ਗਰਾਊਂਡ ਸਟੇਟ ਦੇ ਵਿੱਚ ਆਉਂਦਾ, ਤੇ ਵਾਪਸ ਜਦੋਂ ਆਉਂਦਾ ਹੈ ਤਾਂ ਫਿਰ ਰਸਤੇ 'ਚ ਉਹ ਲਾਈਟ ਜਿਹੜੀ ਹੈ ਲਾਈਟ ਵੇਵਸ ਲੰਘ ਰਹੀਆਂ ਤਾਂ ਇੱਥੇ ਉਹ ਵਿਜ਼ੀਬਲ ਰੀਜਨ 'ਚ ਫਾਲ ਕਰਦਾ ਇਲੈਕਟ੍ਰੋਨ। ਵਿਜ਼ੀਬਲ ਰੀਜਨ 'ਚ ਫਾਲ ਕਰਕੇ 7 ਕਲਰਸ ਹੁੰਦੇ ਆ ਵਿਜ਼ੀਬਲ ਰੀਜਨ 'ਚ, ਤੇ ਜਿਹੜੇ ਕਲਰਸ ਅਬਜ਼ੌਰਬ ਕਰਨ ਦੀ ਕੈਪੈਸਿਟੀ ਹੁੰਦੀ ਹੈ ਉਸ ਇਲੈਕਟ੍ਰੋਨ ਦੀ ਉਹਨਾਂ ਨੂੰ ਅਬਜ਼ੌਰਬ ਕਰ ਲੈਂਦਾ, ਤੇ ਜਿਹੜੇ ਨਹੀਂ ਅਬਜ਼ੌਰਬ ਕਰ ਸਕਦਾ ਉਹਨਾਂ ਨੂੰ ਉਹ ਐਮਿਟ ਕਰ ਦਿੰਦਾ। ਇਸ ਤਰ੍ਹਾਂ ਫਿਰ ਉਹ ਐਟਮ ਜੋ ਹੈ ਉਹ ਕਲਰ ਸ਼ੋ ਕਰਦਾ ਡਿਫਰੈਂਟ। ਸੋ ਇਹ ਤਾਂ ਹੀ ਪੋਸੀਬਲ ਹੋ ਸਕਿਆ ਸੀ ਐਟੋਮਿਕ ਸਪੈਕਟਰਮ
ਜਦੋਂ ਬੋਹਰ ਨੇ ਇਹੋ ਜਿਹਾ ਐਟੋਮਿਕ ਮਾਡਲ ਜੋ ਹੈ ਉਹ ਦਿੱਤਾ। ਉਹਨੇ ਦੱਸਿਆ ਸੀ ਕਿ ਇਸ ਤਰ੍ਹਾਂ ਡੈਫੀਨਿਟ એનર્ਜੀ ਦੇ ਆਰਬਿਟ ਹੁੰਦੇ ਆ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਸ ਰਿਵੋਲਵ ਕਰਦੇ ਆ। ਸੋ ਇਹਦੇ ਪੋਸਟੂਲੇਟਸ ਹੁਣ ਆਪਾਂ ਇੱਥੇ ਡਿਸਕਸ ਕਰਾਂਗੇ। ਫਸਟ ਹੈ ਐਨ ਐਟਮ ਕੰਸਿਸਟ ਆਫ ਏ ਸਮੋਲ ਹੈਵੀ ਪੋਜ਼ਿਟਿਵਲੀ ਚਾਰਜਡ ਨਿਊਕਲੀਅਸ ਇਨ ਦਾ ਸੈਂਟਰ। ਕਹਿੰਦੇ ਐਟਮ ਦੇ ਵਿੱਚ ਸੈਂਟਰ 'ਚ ਇੱਕ ਹੈਵੀ ਪੋਜ਼ਿਟਿਵਲੀ ਚਾਰਜਡ ਨਿਊਕਲੀਅਸ ਹੁੰਦਾ ਸਰਾਊਂਡਡ ਬਾਈ ਇਲੈਕਟ੍ਰੋਨਸ, ਜਿਹਦੇ ਆਲੇ ਦੁਆਲੇ ਇਲੈਕਟ੍ਰੋਨ ਹੁੰਦੇ ਆ। ਬਟ ਹੁੰਦੇ ਕਿਵੇਂ ਹੈ? ਦ ਇਲੈਕਟ੍ਰੋਨਸ ਇਨ ਐਨ ਐਟਮ ਰਿਵੋਲਵ ਅਰਾਊਂਡ ਦ ਨਿਊਕਲੀਅਸ ਓਨਲੀ ਇਨ ਦ ਸਿਲੈਕਟਡ ਸਰਕੂਲਰ ਪਾਥਸ ਕਾਲਡ ਆਰਬਿਟਸ। ਕਹਿੰਦੇ ਜਿਹੜੇ ਇਲੈਕਟ੍ਰੋਨਸ ਸਿਰਫ ਡੈਫੀਨਿਟ એનર્ਜੀ ਲੈਵਲਸ ਦੇ ਵਿੱਚ, ਜਿਨ੍ਹਾਂ ਦੀ એનર્ਜੀ ਫਿਕਸ ਹੁੰਦੀ ਹੈ, ਉਹਨਾਂ ਦੇ ਵਿੱਚ ਹੀ ਰਿਵੋਲਵ ਕਰਦੇ ਆ, ਜਿਨ੍ਹਾਂ ਨੂੰ ਆਰਬਿਟਸ ਦਾ ਨਾਮ ਦਿੱਤਾ ਜਾਂਦਾ। ਮੀਨਸ ਇਹਨਾਂ ਨੂੰ ਆਰਬਿਟਸ ਦਾ ਨਾਮ ਦਿੱਤਾ ਗਿਆ ਸੀ। ਐਂਡ ਥੀਸ ਆਰ ਡੈਜ਼ਿਗਨੇਟਡ ਐਜ਼, ਇਹਨਾਂ ਨੂੰ ਡੈਜ਼ਿਗਨੇਟ ਮੀਨਸ ਇਹਨਾਂ ਨੂੰ ਨਾਮ ਦਿੱਤਾ ਗਿਆ। ਪਹਿਲੇ ਸ਼ੈਲ ਨੂੰ ਕੇ ਸ਼ੈਲ ਦਾ ਨਾਮ, ਦੂਜੇ ਨੂੰ ਐਲ, ਤੀਜਾ ਐਮ, ਐਨ, ਓ, ਪੀ, ਕਿਊ, ਇਸ ਤਰ੍ਹਾਂ। ਐਂਡ ਆਰ ਨੰਬਰਡ ਐਜ਼, ਇੱਥੇ ਇਹਨਾਂ ਦੀ ਨੰਬਰਿੰਗ ਵੀ ਕੀਤੀ ਗਈ। ਇੱਥੇ n = 1 ਪਹਿਲਾ ਸ਼ੈਲ ਕੇ ਸ਼ੈਲ, ਦੂਜਾ ਸ਼ੈਲ ਜਿਹੜਾ ਉਹ ਐਲ ਹੈ, ਤੀਜਾ ਸ਼ੈਲ ਐਮ ਹੈ, ਚੌਥਾ ਸ਼ੈਲ ਐਨ, ਪੰਜਵਾਂ ਸ਼ੈਲ ਓ, ਇਸ ਤਰ੍ਹਾਂ ਪੀ, ਇਸ ਤਰ੍ਹਾਂ ਮਤਲਬ ਅੱਗੇ ਤੋਂ ਅੱਗੇ ਇਹਨਾਂ ਨੂੰ ਸ਼ੈਲਸ ਨੂੰ ਨਾਮ ਦਿੱਤੇ ਗਏ। ਤੇ ਇੱਥੇ ਆ ਜਗ੍ਹਾ ਪੂਰੀ ਨਹੀਂ ਸੀ, ਇਸ ਕਰਕੇ ਮੈਂ ਇਹਨਾਂ ਦਾ ਹਾਫ ਬਣਾਇਆ। ਤੁਸੀਂ ਇਹ ਪੂਰਾ ਕਰ ਲੈਣਾ ਕਾਪੀ ਦੇ ਵਿੱਚ, ਇਸ ਤਰ੍ਹਾਂ ਸਰਕਲ ਪੂਰਾ ਜੋ ਕੰਪਲੀਟ n ਤੱਕ 4 ਜਿਹੜੇ ਆ ਤੁਸੀਂ ਸ਼ੈਲ ਇਹਦੇ 'ਚ ਕੰਪਲੀਟ ਕਰ ਲੈਣੇ ਆ। ਨੈਕਸਟ, the energy of an electron in the orbit does not change with time। ਇੱਥੇ ਕਹਿੰਦੇ ਉਹ ਕਨਸੈਪਟ ਨਹੀਂ ਹੈ ਪਹਿਲਾਂ ਦੀ ਤਰ੍ਹਾਂ ਕਿ ਇਸ ਤਰ੍ਹਾਂ ਇਲੈਕਟ੍ਰੋਨ ਰਿਵੋਲਵ ਕਰ ਰਿਹਾ ਸੀ ਤਾਂ ਸ਼ਾਇਦ ਟਾਈਮ ਦੇ ਅਕੋਰਡਿੰਗ ਉਹਦੀ એનર્ਜੀ ਜੋ ਹੈ ਉਹ ਘਟਦੀ ਗਈ ਤੇ ਇਲੈਕਟ੍ਰੋਨ ਤੇ ਪ੍ਰੋਟੋਨ ਇਕੱਠੇ ਹੋ ਗਏ। ਨਹੀਂ, ਇਸ ਤਰ੍ਹਾਂ ਨਹੀਂ। ਇੱਥੇ ਕਹਿੰਦੇ ਇੱਥੇ ਜੋ ਹੈ ਆਰਬਿਟ ਦੇ ਵਿੱਚ ਇਲੈਕਟ੍ਰੋਨ ਜੋ ਹੈ ਉਹ ਆਪਣੀ એનર્ਜੀ ਜੋ ਹੈ ਲੂਜ਼ ਨਹੀਂ ਕਰਦਾ, એનર્ਜੀ ਉਹਦੀ ਕੌਨਸਟੈਂਟ ਰਹਿੰਦੀ ਹੈ, ਫਿਕਸ ਰਹਿੰਦੀ ਹੈ। that is as long as the electrons remains in the particular orbit it does not lose or gain energy। ਕਿ ਜਿਵੇਂ ਆਰਬਿਟ ਦੇ ਵਿੱਚ ਇਲੈਕਟ੍ਰੋਨਸ ਕਹਿੰਦੇ ਜਦੋਂ ਰਹਿੰਦਾ ਹੈ ਤਾਂ ਨਾ ਤਾਂ ਇਲੈਕਟ੍ਰੋਨ ਜੋ ਹੈ ਉਹ એનર્ਜੀ ਗੇਨ ਕਰਦਾ ਤੇ ਨਾ ਹੀ એનર્ਜੀ ਲੂਜ਼ ਕਰਦਾ। ਬਟ ਕਿਸੇ ਕੰਡੀਸ਼ਨ ਦੇ ਵਿੱਚ ਜ਼ਰੂਰ ਗੇਨ ਕਰਦਾ ਜਾਂ ਲੂਜ਼ ਕਰਦਾ, ਜਦੋਂ ਉਹਨੂੰ ਬਾਹਰੋਂ ਕਿਤੇ ਕੋਈ ਨਾ ਕੋਈ એનર્ਜੀ ਮਿਲਦੀ ਹੈ ਤਾਂ ਉਹ એનર્ਜੀ ਗੇਨ ਕਰ ਲੈਂਦਾ, ਹਾਇਰ એનર્ਜੀ ਸਟੇਟ 'ਚ ਚਲੇ ਜਾਂਦਾ ਤੇ ਫਿਰ એનર્ਜੀ ਲੂਜ਼ ਕਰਕੇ ਫਿਰ ਵਾਪਸ ਆਪਣੀ ਗਰਾਊਂਡ ਸਟੇਟ ਆ ਜਾਂਦਾ। ਬਟ ਨਾਰਮਲ ਦੇ ਵਿੱਚ ਇਲੈਕਟ੍ਰੋਨ ਜੋ ਹੈ ਉਹ ਆਪਣੀ ਗਰਾਊਂਡ ਸਟੇਟ ਦੇ ਵਿੱਚ ਹੀ ਰਹੇਗਾ। ਓਨਲੀ ਦੋਜ਼ ਆਰਬਿਟਸ ਆਰ ਪਰਮਿਟਡ in which the angular momentum is a whole number multiple of h/2 pi। ਕਹਿੰਦੇ ਇੱਥੇ ਬੋਹਰ ਨੇ ਜੋ ਉਹਨੇ ਆਪਣਾ ਐਟੋਮਿਕ ਮਾਡਲ ਦਿੱਤਾ ਸੀ, ਉਹਨੇ ਇਹ ਚੀਜ਼ ਦੱਸੀ ਕਿ ਉਹੀ ਆਰਬਿਟਸ ਜਿਹੜੇ ਆ ਇੱਥੇ ਪੋਸੀਬਲ ਹੋਣਗੇ ਜਿਨ੍ਹਾਂ ਆਰਬਿਟਸ ਦਾ ਜਿਹੜਾ ਐਂਗੂਲਰ ਮੋਮੈਂਟਮ ਹੈ ਉਹ h/2 pi ਦੇ ਬਰਾਬਰ ਹੋਵੇਗਾ। ਐਂਗੂਲਰ ਮੋਮੈਂਟਮ ਜੋ ਹੈ ਇਹਨੂੰ mvr, ਮਾਸ ਇੰਟੂ ਵੈਲੋਸਿਟੀ ਇੰਟੂ ਰੇਡੀਅਸ, ਇਹਨਾਂ ਤਿੰਨਾਂ ਚੀਜ਼ਾਂ ਦੇ ਜਿਹੜੇ ਮਲਟੀਪਲੀਕੇਸ਼ਨ ਨੂੰ ਐਂਗੂਲਰ ਮੋਮੈਂਟਮ ਕਹਿੰਦੇ ਆ। ਤੇ ਇਹ ਕਹਿੰਦੇ ਕਾਹਦੇ ਬਰਾਬਰ ਹੋਵੇਗਾ? h/2 pi ਦੇ ਬਰਾਬਰ। ਉਹੀ ਆਰਬਿਟਸ ਇੱਥੇ ਜਿਹੜੇ ਹੈ ਉਹ ਪ੍ਰੈਜ਼ੈਂਟ ਹੋਣਗੇ ਜਿਨ੍ਹਾਂ ਆਰਬਿਟਸ ਦਾ ਐਂਗੂਲਰ ਮੋਮੈਂਟਮ ਦੈਟ ਇਜ਼ mvr = h/2 pi ਦੇ ਬਰਾਬਰ ਹੋਵੇਗਾ। ਪਹਿਲੇ ਸ਼ੈਲ ਦੇ ਲਈ ਇੱਥੇ ਨਾਲ n ਆ ਜਾਣਾ, n ਜੋ ਹੈ ਨੰਬਰ ਆਫ ਆਰਬਿਟ ਕਿਹੜਾ ਹੈ, ਪਹਿਲੇ ਸ਼ੈਲ ਦੇ ਲਈ n ਦੀ ਵੈਲਿਊ 1, ਦੂਜੇ ਸ਼ੈਲ ਦੇ ਲਈ ਫਿਰ 2h/2 pi, ਤੀਜੇ ਸ਼ੈਲ ਦੇ ਲਈ 3h/2 pi, ਚੌਥੇ ਸ਼ੈਲ ਦੇ ਲਈ 4h/2 pi। ਇੱਥੇ ਵੇਅਰ h ਇਜ਼ ਪਲੈਂਕਸ ਕੌਂਸਟੈਂਟ, ਜੋ ਮੈਕਸ ਪਲੈਂਕ ਜਿਹਦੇ ਬਾਰੇ ਤੁਸੀਂ ਇੱਥੇ ਪੜ੍ਹਿਆ ਵੀ ਹੈ ਕਿ ਮੈਕਸ ਪਲੈਂਕ ਨੇ ਇੱਕ એનર્ਜੀ ਦਾ ਰਿਲੇਸ਼ਨ ਦਿੱਤਾ ਸੀ E = h/nu, ਤਾਂ ਉੱਥੋਂ ਹੀ ਇਹ h ਜੋ ਹੈ ਉਹ ਪਲੈਂਕਸ ਕੌਂਸਟੈਂਟ ਲਿਆ ਗਿਆ ਤੇ ਇੱਥੇ ਰਿਲੇਸ਼ਨ ਆ ਗਿਆ mvr = nh/2 pi, where n is 1 2 3 4 up to so on। n ਮਤਲਬ ਨੰਬਰ ਆਫ ਆਰਬਿਟ, ਕਿਹੜਾ ਆਰਬਿਟ ਹੈ ਜਿਹਦੇ ਬਾਰੇ ਤੁਹਾਨੂੰ ਇੱਥੇ ਦੱਸਿਆ। fourth postulate, the energy is emitted or absorbed only when the electrons jump from one energy level to another। ਕਹਿੰਦੇ ਇਲੈਕਟ੍ਰੋਨਸ ਜਿਹੜੇ ਨੇ એનર્ਜੀ ਐਮਿਟ ਕਰਨਗੇ ਜਾਂ ਅਬਜ਼ੋਰਬ ਕਰਨਗੇ ਉਦੋਂ ਹੀ ਜਦੋਂ ਇਲੈਕਟ੍ਰੋਨਸ ਇੱਕ એનર્ਜੀ ਲੈਵਲ ਤੋਂ ਦੂਜੇ એનર્ਜੀ ਲੈਵਲ 'ਚ ਜਾਣਗੇ। ਮੀਨਸ ਕੇ ਸ਼ੈਲ ਤੋਂ ਐਲ ਸ਼ੈਲ 'ਚ ਜਾਣਾ ਹੈ ਤਾਂ એનર્ਜੀ ਅਬਜ਼ੋਰਬ ਕਰਕੇ ਇਲੈਕਟ੍ਰੋਨ ਇੱਥੇ ਜਾਊਗਾ, ਐਲ ਤੋਂ ਵਾਪਸ ਕੇ 'ਚ ਆਉਣਾ ਹੈ ਤਾਂ એનર્ਜੀ ਐਮਿਟ ਕਰਕੇ ਇਲੈਕਟ੍ਰੋਨ ਇੱਥੇ ਵਾਪਸ ਆਊਗਾ। ਸੋ ਇਹ 4 ਪੋਸਟੂਲੇਟ ਹੈ ਜੋ ਬੋਹਰ ਨੇ ਆਪਣੇ ਐਟੋਮਿਕ ਮਾਡਲ ਦੇ ਦਿੱਤੇ ਸੀ। ਤੇ ਅੱਜ ਦੇ ਲਈ ਤੁਹਾਡਾ ਇੰਨੇ ਟੌਪਿਕ ਸੀ। ਨੈਕਸਟ ਟੌਪਿਕ ਜੋ ਹੈ ਤੁਹਾਡਾ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।